ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ। हाँ जी, सो डल्ला जी बहुत सारिया सियासी खबर लैके हाजिर होए हैं जिसका पूरा एनालिसिस तुहाडे तो जरूर चाहांगे। सब तो पहला जेकर आप गल करिए पंजाब के मुख मंत्री भगवंत मान जो लगातार ये गल कर रहे हैं कि जिहड़ा अंसारी मामले विच 55 लाख रुपया खर्चा गया सरकारी खजाने विचों कैप्टन अते सुखजिंदर रंधावा तो वसूलिया जाएगा। तो दूजे पासे जे आपां हुण गल करिए एक होर टोल प्लाजा भी भगवंत मान ने बंद करवा दिता, उसनूं लैके भी आम आदमी पार्टी दे बहुत जो है नाम नूं अगे कर रहे हैं कि नाल ही पिछलियां सरकारां ते इल्ज़ाम लगा रहे हैं कि ये टोल प्लाजा पहला भी बंद हो सकता सी पर पिछलियां सरकारां ने कुछ किया ही नहीं। सो साफ तौर पर उन्होंने कहना सी कि आम आदमी पार्टी ने ही जो है ये मल मारी है। आपां होर अगे वधीए सियासी खबरां दी जद आपां गल करदे हां एक दूजे उपर इल्ज़ाम लगाउण दी गल्लां करदे हां तां प्रताप बाजवा भी RTI तो ਵੱਡਾ ਖੁਲਾਸਾ ਕੱਢ ਲਿਆਏ ਨੇ। ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੀਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ, ਉਸ ਵਿੱਚ ਤਕਰੀਬਨ ਆਮ ਆਦਮੀ ਪਾਰਟੀ ਵੱਲੋਂ ਤਕਰੀਬਨ 1 ਕਰੋੜ ਤੋਂ ਵੱਧ ਦਾ ਖਰਚਾ ਕੀਤਾ ਗਿਆ ਸੀ ਤੇ ਇਹ ਸਭ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਵੀ ਜਾਂਚ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਤੋਂ ਇਹ ਵੀ ਪੈਸੇ ਜੋ ਹੈ ਵਸੂਲੇ ਜਾਣ ਜਿਹੜੇ ਆਮ ਜਨਤਾ ਦੇ ਹੱਕ ਦੇ ਜਿਹੜੇ ਪੈਸੇ ਸੀ ਤੇ ਇਸ ਤਰੀਕੇ ਨਾਲ ਇਹ ਖਰਚੇ ਗਏ। ਸੋ ਇਹਨਾਂ ਸਭ ਸਥਿਤੀਆਂ ਨੂੰ ਵੇਖਦੇ ਹੋਇਆ ਤੁਸੀਂ ਕੀ ਕਹੋਗੇ? ਦੇਖੋ ਸਿਆਸਤ ਹੈ ਨਾ ਜਿਹੜੀ ਹਰਜੋਤ ਜੀ ਪੰਜਾਬ ਦੇ ਵਿੱਚ ਥੋੜੀ ਮੁੱਦਿਆਂ ਵਾਲੇ ਪਾਸੇ ਮੁੜਨ ਲੱਗ ਗਈ। ਉਂਝ ਇਹ ਗੱਲ ਬਹੁਤ ਲੋਕ ਕਹਿੰਦੇ ਨੇ ਕਿ ਇਹ ਐਡਾ ਵੱਡਾ ਮੁੱਦਾ ਨਹੀਂ ਹੈ ਪਰ ਇਹ ਸੱਚਮੁੱਚ ਬਹੁਤ ਵੱਡਾ ਮੁੱਦਾ ਹੈ। ਜਿਹੜੀ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਇਹ ਬਹੁਤ ਵੱਡਾ ਮੁੱਦਾ ਹੈ ਕਿ ਜੇ ਲੋੜ ਹੀ ਨਹੀਂ ਸੀ ਤੇ ਪੈਸੇ ਖਰਚੇ ਗਏ। ਜੇ ਸਾਡਾ ਐਡਵੋਕੇਟ ਜਨਰਲ ਦਫ਼ਤਰ ਐਡਾ ਵੱਡਾ ਹੈ ਤੇ ਅਸੀਂ ਕਿਉਂ ਭਾਈ ਕੋਈ ਹੋਰ ਸੁਪਰੀਮ ਕੋਰਟ ਦੇ ਕੋਈ ਸੀਨੀਅਰ ਵਕੀਲ ਕਰੀਏ ਜਦੋਂ ਸਾਡੇ ਕੋਲੇ ਆਪਣੇ ਵਕੀਲ ਸਾਹਿਬਾਨ ਨੇ। ਇਹ ਵੀ ਗੱਲ ਬੜੀ ਚੰਗੀ ਲੱਗੀ ਭਗਵੰਤ ਮਾਨ ਸਾਹਿਬ ਦੀ ਕਿ ਉਹ ਟੋਲ ਉਹਨਾਂ ਨੇ 9-10 ਫ੍ਰੀ ਕਰਾਤੇ। ਕੱਲ੍ਹ ਇੱਕ ਹੋਰ ਕਰਾਤਾ ਮੋਗਾ ਕੋਟਕਪੁਰਾ ਵਾਲੇ ਪਾਸੇ, ਉਹ ਕਹਿੰਦੇ ਲਗਭਗ 44 ਲੱਖ ਰੁਪਈਆ ਲੋਕਾਂ ਦਾ ਆਮ ਲੋਕਾਂ ਦਾ ਬਚੂਗਾ। ਹੁਣ ਉਹ ਕਹਿੰਦੇ ਕਿ ਇਹਦੀ ਮਿਆਦ ਮੁੱਕ ਗਈ ਸੀ ਪਰ ਸਰਕਾਰਾਂ ਕਹਿੰਦੇ ਮੇਰੇ ਕੋਲੇ ਫੇਰ ਅਰਜ਼ੀ ਆਈ ਮਿਆਦ ਵਧਾਉਣ ਦੀ, ਮੈਂ ਵਧਾਈ ਨਹੀਂ। ਕਹਿੰਦੇ ਪਹਿਲਾਂ ਵੀ ਬਹੁਤ ਸਾਰੇ ਟੋਲ ਪਲਾਜ਼ੇ ਸੀ ਜਿਨ੍ਹਾਂ ਦੀ ਇਹ ਮਿਆਦ ਵਧਾਈ ਜਾਂਦੇ ਸੀ। ਹੁਣ ਇਹ ਵੀ ਗੱਲ ਭਗਵੰਤ ਮਾਨ ਸਾਹਿਬ ਦੀ ਬੜੀ ਚੰਗੀ ਹੈ ਵੀ ਕਿਉਂ ਮਿਆਦ ਵਧਾਈਏ ਜੀ, ਜਦੋਂ ਤੁਹਾਡੀ ਮਿਆਦ ਪੁੱਗ ਹੀ ਗਈ ਤੇ ਤੁਸੀਂ ਆਪਣਾ ਸਮਾਨ ਲੈ ਕੇ ਬਿਲਕੁਲ ਜਾਓ। ਔਰ ਮੈਂ ਚਾਹੂੰਗਾ ਕਿ ਜਦੋਂ ਵੀ ਐ ਮਿਆਦ ਪੁੱਗਦੀ ਹੈ ਤੇ ਸਾਡੇ ਲੋਕ ਬੇਰੁਜ਼ਗਾਰ ਹੁੰਦੇ ਨੇ। ਸੋ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਇਹ ਹੀਲਾ ਜ਼ਰੂਰ ਕਰਨ ਕਿ ਟੋਲ ਪਲਾਜ਼ਿਆਂ ਤੇ ਜਿਹੜੇ ਸਾਡੇ ਲੋਕ ਬੇਰੁਜ਼ਗਾਰ ਹੋ ਜਾਂਦੇ ਨੇ ਜਦੋਂ ਟੋਲ ਪਲਾਜ਼ਾ ਚੱਕਿਆ ਜਾਂਦਾ ਹੈ ਉਹਨਾਂ ਦੀ ਵੀ ਨੌਕਰੀ ਦਾ ਪ੍ਰਬੰਧ ਕਰਕੇ ਦਿਓ। ਦੂਸਰਾ, ਤੁਹਾਡੀ ਗੱਲ ਠੀਕ ਹੈ ਕਿ ਸਰਕਾਰ ਕਿਉਂ ਪੈਸੇ ਨੂੰ ਫਾਲਤੂ ਖਰਚੇ, ਇਹ ਇੱਕ ਪਾਸਾ ਹੈ। ਭਗਵੰਤ ਮਾਨ ਸਾਹਿਬ ਕਹਿੰਦੇ ਦੇਖੋ ਅਸੀਂ ਲੱਖਾਂ ਰੁਪਏ ਬਚਾਤੇ। ਹੁਣ ਦੂਜਾ ਪਾਸਾ ਵਿਰੋਧੀਆਂ ਦਾ ਇਹਦੇ ਤੇ ਸਿਆਸਤ ਸ਼ੁਰੂ ਹੋ ਗਈ। ਚਰਨਜੀਤ ਚੰਨੀ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਿਛਲੀਆਂ ਸਰਕਾਰਾਂ ਨੇ ਟੋਲਾਂ ਦੀਆਂ ਮਿਆਦਾਂ ਵਧਾ ਕੇ ਲੋਕਾਂ ਦੀਆਂ ਜੇਬਾਂ ਤੇ ਬੋਝ ਪਾਇਆ। 55 ਲੱਖ ਰੁਪਇਆ ਤੁਸੀਂ ਕਹਿ ਰਹੇ ਹੋ ਵੀ ਕਿਉਂ ਖਰਚਿਆ ਗਿਆ। ਤੇ ਚਰਨਜੀਤ ਚੰਨੀ ਨੇ ਸਵਾਲ ਚੱਕਤਾ। ਕੱਲ੍ਹ ਉਹ ਗਏ ਸੀ ਵਿਜੀਲੈਂਸ ਬਿਊਰੋ ਅੱਗੇ ਪੇਸ਼ ਹੋਣ, ਤੀਜੀ ਦਫੇ ਕੱਲ੍ਹ ਚਰਨਜੀਤ ਚੰਨੀ ਗਏ ਨੇ। ਉਹ ਕਹਿੰਦੇ ਤੁਸੀਂ ਇਹ ਦੱਸੋ ਤੁਸੀਂ ਆਪਣਾ ਹੈਲੀਕਾਪਟਰ ਛੱਡ ਕੇ ਕਿਰਾਏ ਤੇ ਜਹਾਜ਼ ਕੀਤਾ ਹੋਇਆ ਸਰਕਾਰ ਨੇ। ਕਹਿੰਦੇ ਤੁਸੀਂ ਹਰ ਦੂਜੇ ਤੀਜੇ ਦਿਨ ਪੰਜਾਬ 'ਚੋਂ ਬਾਹਰ ਰਹਿੰਦੇ ਹੋ। ਲੱਖਾਂ ਰੁਪਏ ਕਹਿੰਦੇ ਇੱਕ ਦਿਨ ਦਾ ਖਰਚਾ ਹੈ ਜਿਹੜਾ ਉਹ ਚਾਰਟਰਡ ਪਲੇਨ ਕਹਿੰਦੇ ਆ ਜੀ, ਜਿਵੇਂ ਉਹ ਕਿਰਾਏ 'ਤੇ ਲਿਆ ਗਿਆ। ਏਅਰਕ੍ਰਾਫਟ ਵੀ ਕਈ ਵਾਰੀ ਲੈਂਦੀਆਂ ਨੇ ਸਰਕਾਰਾਂ, ਪੋਲੀਟੀਕਲ ਪਾਰਟੀਆਂ ਵੀ, ਪਰ ਕਹਿੰਦੇ ਇੱਥੇ ਸਰਕਾਰ ਨੇ ਲਿਆ। ਚਰਨਜੀਤ ਚੰਨੀ ਕਹਿੰਦੇ ਦੱਸੋ ਕਿਹੜਾ ਕੰਮ ਤੁਸੀਂ ਹਰ ਦੂਜੇ ਤੀਜੇ ਦਿਨ ਦੂਜੇ ਸੂਬਿਆਂ 'ਚ ਪੰਜਾਬ ਦਾ ਕਰਨ ਜਾਂਦੇ ਹੋ। ਹੁਣ ਗੱਲ ਚਰਨਜੀਤ ਚੰਨੀ ਹੋਣਾ ਦੀ 'ਚ ਵੀ ਦਮ ਹੈ। ਭਗਵੰਤ ਮਾਨ ਸਾਹਿਬ ਇਹ ਸਵਾਲ ਤਾਂ ਬਹੁਤ ਵੱਡਾ ਬਣਦਾ ਕਿ ਤੁਸੀਂ ਹਰ ਦੂਜੇ ਤੀਜੇ ਦਿਨ ਬਾਹਰ ਜਾਂਦੇ ਹੋ, ਕਦੀ ਮੀਟਿੰਗ 'ਚ ਕਦੀ ਰੈਲੀ 'ਚ, ਉਹਦਾ ਪੰਜਾਬ ਨਾਲ ਤਾਂ ਕੋਈ ਸੰਬੰਧ ਨਹੀਂ, ਨਾ ਪੰਜਾਬ ਨੂੰ ਕੋਈ ਲਾਹਾ ਹੈ। ਤੇ ਗੱਲ ਚਰਨਜੀਤ ਚੰਨੀ ਹੋਣਾ ਦੀ ਦੇਖੋ ਕਿੱਡਾ ਵਜ਼ਨ ਹੈ। ਉਹ ਕਹਿੰਦੇ ਲੱਖਾਂ ਰੁਪਏ ਖਰਚਾ ਹੁੰਦਾ ਇੱਕ ਦਿਨ ਤੁਹਾਡੇ ਜਾਣ ਦਾ, ਉਹ ਬੋਝ ਵੀ ਤਾਂ ਫਿਰ ਪੰਜਾਬ ਦੇ ਖਜ਼ਾਨੇ 'ਤੇ ਹੈ। ਫਿਰ 55 ਲੱਖ ਵੱਡੇ ਨੇ ਜਾਂ ਲੱਖਾਂ ਰੁਪਏ ਜਹਾਜ਼ ਦਾ ਕਿਰਾਇਆ ਵੱਡਾ ਹੈ, ਸਵਾਲ ਆਪਣੇ ਆਪ 'ਚ ਵੱਡਾ ਹੋ ਗਿਆ। ਪ੍ਰਤਾਪ ਬਾਜਵਾ ਨੇ ਵੀ ਗੱਲ ਫੜ ਲਈ। ਪ੍ਰਤਾਪ ਬਾਜਵਾ ਕਹਿੰਦੇ ਅੱਜ ਕੱਲ੍ਹ ਇਹ ਵੀ ਚਰਨਜੀਤ ਚੰਨੀ ਨੇ ਕਿਹਾ, ਕਹਿੰਦੇ ਤੁਹਾਡੇ ਜਹਾਜ਼ ਜਦੋਂ ਬਾਹਰ ਜਾਂਦੇ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ RTI 'ਚ ਵੀ ਨਹੀਂ ਦੱਸਦੇ
ਵੀ ਕਿੰਨੇ ਖਰਚੇ ਹੋ ਰਹੇ ਨੇ ਕਿੰਨੇ ਨਹੀਂ। ਪਰ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਾਹਿਬ ਲਈ ਇਹ ਬਹੁਤ ਵੱਡੀ ਚੁਣੌਤੀ ਹੈ। ਹਰਜੋਤ ਜੀ, ਹੁੰਦਾ ਕੀ ਹੈ, ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ। ਹੁਣ ਜਿਸ ਤੇਜ਼ੀ ਦੇ ਨਾਲ ਪੈਸਾ ਵਰਤਿਆ ਜਾ ਰਿਹਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ, ਜੇ ਕਿਤੇ ਰੱਬ ਨਾ ਕਰੇ, ਮੈਂ ਤਾਂ ਕਹਿੰਦਾ ਹਮੇਸ਼ਾ ਸਰਕਾਰ ਰਵੇ ਭਗਵੰਤ ਮਾਨ ਦੀ, ਮੋਦੀ ਸਾਹਿਬ ਦੀ ਵੀ ਸਰਕਾਰ ਹਮੇਸ਼ਾ ਰਵੇ। ਮੈਂ ਤਾਂ ਕਹਿੰਦਾ ਜਿਹੜੀ ਸਰਕਾਰ ਬਣ ਗਈ ਮੁਲਕ 'ਚ ਉਹ ਹਟੇ ਨਾ, ਪਰ ਉਹ ਚੰਗਾ ਕੰਮ ਕਰਦੀ ਰਵੇ। ਰੱਬ ਨਾ ਕਰੇ ਕੱਲ੍ਹ ਨੂੰ ਸਰਕਾਰ ਬਦਲ ਗਈ ਭਗਵੰਤ ਮਾਨ ਸਾਹਿਬ ਦੀ, ਤੇ ਜਿਹੜੇ ਇਹ ਹਵਾਈ ਜਹਾਜ਼ਾਂ ਦੇ ਖਰਚੇ ਨੇ ਨਾ ਜੀ, ਜਿਹੜੀ ਸਰਕਾਰ ਨਵੀਂ ਆਊਗੀ, ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਕੈਪਟਨ ਅਮਰਿੰਦਰ ਤੋਂ ਵਸੂਲੋ ਜੀ, ਨੋਟਿਸ ਭੇਜਦਾ, ਤੇ ਫਿਰ ਜਿਹੜੀ ਨਵੀਂ ਸਰਕਾਰ ਆਊਗੀ ਕਿਤੇ ਉਹ ਨਾ ਨੋਟਿਸ ਭੇਜ ਦੇ। ਕਹਿੰਦੇ ਨੇ ਅਦਲੇ ਨੂੰ ਬਦਲਾ, ਕਿਉਂਕਿ ਸਾਡਾ ਪੋਲੀਟੀਕਲ ਸਿਸਟਮ ਹਰਜੋਤ ਜੀ ਇਹੋ ਜਿਹਾ, ਇੱਥੇ ਤਾਂ ਪੋਲੀਟੀਕਲ ਲੀਡਰ ਹੈ ਜਿਹੜਾ ਲੀਡਰ ਦਾ ਲੀਡਰ ਦੁਸ਼ਮਣ ਹੈ, ਇੱਥੇ ਲੀਡਰ ਦਾ ਲੀਡਰ ਦੁਸ਼ਮਣ। ਹੁਣ ਇਹ ਭਗਵੰਤ ਮਾਨ ਸਾਹਿਬ ਨੂੰ ਸੋਚ ਸਮਝ ਕੇ ਫੈਸਲੇ ਕਰਨ ਦੀ ਲੋੜ ਹੈ ਵੀ ਕੱਲ੍ਹ ਨੂੰ ਕਿਤੇ ਰੱਬ ਨਾ ਕਰੇ ਸਰਕਾਰ ਬਦਲ ਜੇ, ਤੇ ਫਿਰ ਇੰਨੇ ਜਹਾਜ਼ਾਂ ਦਾ ਖਰਚਾ ਫਿਰ ਤਾਂ ਨੋਟਿਸ ਖੇਡਣਗੇ। ਜੇ ਕੱਲ੍ਹ ਨੂੰ ਚਰਨਜੀਤ ਚੰਨੀ ਦੁਬਾਰਾ ਮੁੱਖ ਮੰਤਰੀ ਆ ਗਏ, ਜਾਂ ਸੁਖਬੀਰ ਬਾਦਲ ਮੁੱਖ ਮੰਤਰੀ ਆ ਗਏ, ਜਾਂ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਆ ਗਏ, ਤੇ ਇਹਨਾਂ ਨੇ ਤਾਂ ਫਿਰ ਨੋਟਿਸ ਜਾਰੀ ਕਰ ਦੇਣਾ ਭਗਵੰਤ ਮਾਨ ਸਾਹਿਬ ਨੂੰ ਵੀ ਦੱਸੋ ਜੀ ਇਹਦੇ 'ਚ ਪੰਜਾਬ ਦਾ ਕੀ ਫਾਇਦਾ ਹੋਇਆ, ਜਿਹੜੇ ਤੁਸੀਂ ਰੈਲੀਆਂ ਕੀਤੀਆਂ ਜਾ ਕੇ, ਤੁਸੀਂ ਜਹਾਜ਼ ਲੈ ਕੇ ਗਏ, ਤੇ ਕਿਉਂ ਨਾ ਇਹ ਪੈਸੇ ਅਸੀਂ ਤੁਹਾਡੇ ਤੋਂ ਵਸੂਲੀਏ। ਭਾਈ ਲੱਖਾਂ ਰੁਪਏ ਭਗਵੰਤ ਮਾਨ ਸਾਹਿਬ ਕਿੱਥੋਂ ਦੇਣਗੇ ਜੇ ਕਿਤੇ ਇਹੋ ਜਿਹੀ ਗੱਲ ਆ ਗਈ ਤਾਂ। ਹੁਣ ਭਗਵੰਤ ਮਾਨ ਸਾਹਿਬ ਦੀ ਮਜਬੂਰੀ ਹੈ, ਕਿਉਂਕਿ ਉਹ ਇੱਕ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਸੀ ਮੁੱਖ ਮੰਤਰੀ ਦਾ, ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਰੱਖਿਆ। ਮੈਨੂੰ ਲੱਗਦਾ ਜੇ ਭਗਵੰਤ ਮਾਨ ਸਾਹਿਬ ਨਿੱਜੀ ਤੌਰ 'ਤੇ ਉਹਨਾਂ ਦਾ ਦਿਲ ਨਾ ਵੀ ਹੁੰਦਾ ਹੋਵੇ ਹਰਜੋਤ ਜੀ, ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਉਹਨਾਂ ਦਾ ਆਪਣਾ ਦਿਲ ਨਹੀਂ ਹੋਣਾ, ਪਰ ਪਾਰਟੀਆਂ ਦੀ ਮਜਬੂਰੀ ਹੋਣੀ ਹੈ। ਪਰ ਇਹ ਸਵਾਲ ਤਾਂ ਆਪਣੇ ਆਪ 'ਚ ਵੱਡਾ ਹੈ ਕਿ ਕੀ ਜਿਹੜਾ ਇਹ ਪੈਸਾ ਹੈਲੀਕਾਪਟਰਾਂ ਤੇ ਜਹਾਜ਼ਾਂ ਤੇ ਲੱਗਦਾ ਹੈ, ਕਿ ਇਹਦਾ ਵੀ ਪੰਜਾਬ ਨੂੰ ਕੋਈ ਫਾਇਦਾ ਸਿੱਧੇ ਰੂਪ ਦੇ ਵਿੱਚ। ਇਸੇ ਤਰ੍ਹਾਂ ਇਸ਼ਤਿਹਾਰਾਂ ਵਾਲੀ ਗੱਲ ਪ੍ਰਤਾਪ ਬਾਜਵਾ ਜੀ ਨੇ ਕਰਤੀ, ਕਹਿੰਦੇ ਤੁਸੀਂ ਦੱਸੋ ਜਿਹੜੇ ਇੰਨੇ ਜ਼ਿਆਦਾ ਦੂਜੇ ਸੂਬਿਆਂ 'ਚ ਇਸ਼ਤਿਹਾਰ ਹੈ, ਪੰਜਾਬ ਨੂੰ ਕੀ ਫਾਇਦਾ। ਫਿਰ ਪ੍ਰਤਾਪ ਬਾਜਵਾ ਇੱਕ ਜਾਣਕਾਰੀ ਕੱਢ ਲਿਆਏ, ਉਹ ਕਹਿੰਦੇ 1 ਕਰੋੜ 13 ਲੱਖ ਰੁਪਏ ਖਰਚੇ ਬੱਸਾਂ ਤੇ ਆਮ ਆਦਮੀ ਪਾਰਟੀ ਵੱਲੋਂ। ਜਿਹੜਾ 10 ਮਾਰਚ ਨੂੰ ਰਿਜ਼ਲਟ ਆਇਆ ਪੰਜਾਬ ਦੀਆਂ ਚੋਣਾਂ ਦਾ, ਉਸ ਤੋਂ ਬਾਅਦ ਜਿਹੜੀ ਅੰਮ੍ਰਿਤਸਰ 'ਚ ਰੈਲੀ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ, ਪ੍ਰਤਾਪ ਬਾਜਵਾ ਜੀ ਕਹਿੰਦੇ ਵੀ ਉਹ ਦੱਸੋ ਵੀ ਉਹ ਪੈਸਾ ਕਿਉਂ ਖਰਚਿਆ ਗਿਆ। ਉਹ ਕਹਿੰਦੇ ਮੈਂ ਕੈਗ ਚੀਫ ਆਡੀਟਰ ਜਨਰਲ, ਕਹਿੰਦੇ ਮੈਂ ਕੈਗ ਤੋਂ ਮੰਗ ਕਰਦਾ ਕਿ ਇਸ ਪਾਸੇ ਜਾਂਚ ਕੀਤੀ ਜਾਵੇ, ਇਹ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਹੈ। ਹੁਣ ਇਹ ਮਾਮਲੇ ਅਗਰ ਅਦਾਲਤਾਂ 'ਚ ਚਲੇ ਗਏ, ਜਿਵੇਂ ਰੰਧਾਵਾ ਸਾਹਿਬ ਜਾਂ ਕੈਪਟਨ ਅਮਰਿੰਦਰ ਵਰਗਿਆਂ ਨੂੰ ਨੋਟਿਸ ਸਰਕਾਰ ਵੱਲੋਂ ਗਏ ਨੇ, ਅਗਰ ਇਹ ਮਾਮਲੇ 'ਚ ਅਦਾਲਤਾਂ 'ਚ ਚਲੇ ਗਏ ਤੇ ਫਿਰ ਇਹ ਚੀਜ਼ਾਂ ਵੀ ਅਦਾਲਤਾਂ 'ਚ ਜਾ ਸਕਦੀਆਂ ਨੇ। ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਉਦਾਹਰਨ ਪੇਸ਼ ਕਰਨੀ ਚਾਹੀਦੀ ਹੈ, ਕਰ ਦੇਣ ਐਲਾਨ ਭਗਵੰਤ ਮਾਨ ਕਿ ਅੱਜ ਤੋਂ ਬਾਅਦ ਮੈਂ ਕਿਸੇ ਦੂਜੀ ਰੈਲੀ 'ਚ ਹੈਲੀਕਾਪਟਰ ਤੇ ਨਹੀਂ ਜਾਣਾ। ਤੁਸੀਂ ਜਾਓ, ਕਾਰਾਂ ਤੁਹਾਡੇ ਕੋਲ ਇੰਨੀਆਂ ਨੇ, ਐਡੀਆਂ ਵਧੀਆ ਕਾਰਾਂ ਨੇ ਜੀ, ਦੱਸੋ ਕਦੀ ਬਹੁਤ ਜ਼ਰੂਰੀ ਹੋਇਆ ਜਾਂ ਫਿਰ ਕੋਈ ਪੰਜਾਬ ਦੇ ਪ੍ਰੋਗਰਾਮ ਬਣਾ ਲਓ ਭਾਈ। ਤੁਸੀਂ ਜਦੋਂ ਗੁਜਰਾਤ ਜਾਓ, ਜਦੋਂ ਨਾਗਪੁਰ ਜਾਓ, ਜਦੋਂ ਰਾਜਸਥਾਨ ਜਾਓ, ਜਦੋਂ ਮੱਧ ਪ੍ਰਦੇਸ਼ ਜਾਓ, ਕੋਈ ਪੰਜਾਬ ਨਾਲ ਸੰਬੰਧਿਤ ਉੱਥੇ ਮੀਟਿੰਗਾਂ ਕਰੋ, ਉੱਥੇ ਕੋਈ ਸਾਡੇ ਪੰਜਾਬੀ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਆਓ, ਤਾਂ ਕਿ ਕੋਈ ਮਸਲਾ ਕਿਸੇ ਪਾਸੇ ਜਾਵੇ। ਇਹ ਵੱਡਾ ਮੁੱਦਾ ਬਣ ਜਾਣਾ ਹਰਜੋਤ ਜੀ ਆਉਂਦੇ ਦਿਨਾਂ ਦੇ ਵਿੱਚ, ਕਿਉਂਕਿ ਸਭ ਤੋਂ ਦੇਖੋ ਚਰਨਜੀਤ ਚੰਨੀ ਉਹਨਾਂ ਨੇ ਵੀ ਉਹ ਜਵਾਕਾਂ ਨੂੰ ਝੂਟੇ ਦਿੱਤੇ ਸੀ, ਚਲੋ ਉਹ ਗੱਲ ਤਾਂ ਸਾਰੇ ਬਰਦਾਸ਼ਤ ਕਰ ਲੈਂਦੇ ਨੇ ਵੀ ਬੱਚੇ ਸਾਂਝੇ ਹੁੰਦੇ ਕਹਿੰਦੇ ਸਾਰਿਆਂ ਦੇ, ਵੀ ਚਲੋ ਚਰਨਜੀਤ ਚੰਨੀ ਨੇ ਬੱਚਿਆਂ ਨੂੰ ਝੂਟੇ ਦਿੱਤੇ ਜੀ, ਕੋਈ ਗੱਲ ਨਹੀਂ। ਨਾਲੇ ਚਰਨਜੀਤ ਚੰਨੀ ਨੇ ਬੱਚਿਆਂ ਨੂੰ ਝੂਟਾ ਕਿੰਨਾ ਕੁ ਦਿੱਤਾ ਹੋਊਗਾ ਜੀ, ਕੋਈ 15-20 ਕਿਲੋਮੀਟਰ ਦੇ ਘੇਰੇ 'ਚ ਚਰਨਜੀਤ ਚੰਨੀ ਉਹਨਾਂ ਨੇ ਹੈਲੀਕਾਪਟਰ ਉਡਾ ਲਿਆ ਹੋਣਾ ਵੀ ਜਵਾਕਾਂ ਨੂੰ ਝੂਟਾ ਦਿਵਾਉਣ ਦੇ ਲਈ, ਉਹ ਗੱਲ ਉਨੀ ਕੁ ਚੱਲ ਜਾਂਦੀ ਹੈ। ਉਂਝ ਚਰਨਜੀਤ ਚੰਨੀ ਉਹਨਾਂ ਨੇ ਵੀ ਹੈਲੀਕਾਪਟਰ ਬੜਾ ਉਡਾਇਆ। ਇਹ ਮੈਂ ਪੜ੍ਹਦਾ ਸੀ ਕਿਤੇ, ਇਹ ਆਮ ਐਲੀਗੇਸ਼ਨ ਸੀ, ਕਹਿੰਦੇ ਕਈ ਵਾਰ ਚਰਨਜੀਤ ਚੰਨੀ ਘੱਟ ਸਫ਼ਰ ਲਈ ਹੈਲੀਕਾਪਟਰ ਵਰਤ ਲੈਂਦੇ ਸੀ। ਪਰ ਇਹ ਤਾਂ ਪੰਜਾਬ 'ਚ ਨੇੜੇ ਆ, ਪੰਜਾਬ 'ਚ ਹੈਲੀਕਾਪਟਰ ਜਿੰਨਾ ਮਰਜ਼ੀ ਵਰਤਣ, ਭਗਵੰਤ ਮਾਨ ਕਿਹੜਾ ਚੈਲੰਜ ਕਰ ਦੂਗਾ ਉਹਨਾਂ ਨੂੰ ਵੀ ਤੁਸੀਂ ਕਿਤੇ ਇੱਥੋਂ ਸੰਗਰੂਰ ਜਾਣਾ ਜ਼ਰੂਰ ਜਾਓ ਹੈਲੀਕਾਪਟਰ 'ਚ, ਤੁਸੀਂ ਬਠਿੰਡੇ ਜਾਣਾ, ਜਲੰਧਰ ਜਾਣਾ ਜ਼ਰੂਰ ਜਾਓ ਹੈਲੀਕਾਪਟਰ 'ਚ। ਪਰ ਜਦੋਂ ਆਪਾਂ ਇੰਨੇ ਲੰਬੇ ਪੈਂਡੇ ਤੈਅ ਕਰਦੇ ਹਾਂ ਤੇ ਕਿਰਾਏ 'ਤੇ ਆਪਾਂ ਨੂੰ 에ਅਰਕ੍ਰਾਫਟ ਲੈਣਾ ਪੈਂਦਾ, ਕਿਉਂਕਿ ਹੈਲੀਕਾਪਟਰ 'ਚ ਨਾ ਮੈਨੂੰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ 4-5 ਤੋਂ ਵੱਧ ਸਵਾਰੀਆਂ ਨਹੀਂ ਬਹਿ ਸਕਦੀਆਂ, 4-5 ਤੋਂ ਵੱਧ ਸਵਾਰੀਆਂ ਨਹੀਂ ਬਿਠਾਉਂਦੇ ਹੈਲੀਕਾਪਟਰ 'ਚ। ਜਿਹੜਾ 에ਅਰਕ੍ਰਾਫਟ ਹੈ, ਅੱਛਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਹੈਲੀਕਾਪਟਰ ਤਾਂ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਹੈਲੀਪੈਡ ਬਣਿਆ ਉੱਥੇ ਉੱਤਰ ਜਾਂਦਾ, ਤੇ ਜਿਹੜਾ 에ਅਰਕ੍ਰਾਫਟ ਕਿਰਾਏ 'ਤੇ ਲੈਂਦੇ ਹਰਜੋਤ ਜੀ, ਉਹ ਕਹਿੰਦੇ ਜਹਾਜ਼ਾਂ ਵਾਲੇ ਅੱਡੇ 'ਤੇ ਖੜਾਉਣਾ ਪੈਂਦਾ ਉਹਨੂੰ, ਜਿਵੇਂ ਚੰਡੀਗੜ੍ਹ ਹਵਾਈ ਅੱਡਾ। ਪਹਿਲਾਂ ਇੱਥੋਂ ਚੰਡੀਗੜ੍ਹ ਹਵਾਈ ਅੱਡਾ ਜਾਣਗੇ, ਫਿਰ ਉੱਥੋਂ 에ਅਰਕ੍ਰਾਫਟ ਉੱਡਦਾ। 에ਅਰਕ੍ਰਾਫਟ ਨੂੰ ਆਪਾਂ ਕਿਤੋਂ ਵੀ ਉਡਾ ਨਹੀਂ ਸਕਦੇ,
ਉਹਦੇ ਲਈ ਸਾਨੂੰ ਜਿਹੜਾ ਮੁਕੰਮਲ ਸਾਡੇ ਕੋਲੇ ਜਿਹੜਾ 에ਅਰਪੋਰਟ ਹੈ ਉੱਥੋਂ ਹੀ ਉੱਡਦਾ 에ਅਰਕ੍ਰਾਫਟ। ਉਹ ਛੋਟਾ ਜਹਾਜ਼ ਹੁੰਦਾ ਜਿਵੇਂ ਸਾਡੇ ਟਰੱਕ ਹੁੰਦੇ 10 ਟੈਰੀ, ਐਂ ਹੀ ਉਹ ਜਹਾਜ਼ ਹੁੰਦਾ 10 ਸੀਟਾਂ ਵਾਲਾ, 8 ਸੀਟਾਂ ਵਾਲਾ, ਇਸ ਹਿਸਾਬ ਨਾਲ ਉਹ ਬਣਦੇ ਨੇ 에ਅਰਕ੍ਰਾਫਟ। ਅਤੇ 에ਅਰਕ੍ਰਾਫਟ 'ਚ ਡਰ ਘੱਟ ਲੱਗਦਾ ਥੋੜ੍ਹਾ ਜਿਹਾ, ਹੈਲੀਕਾਪਟਰ 'ਚ ਡਰ ਜ਼ਿਆਦਾ ਲੱਗਦਾ। 에ਅਰਕ੍ਰਾਫਟ ਮਹਿੰਗਾ ਵੀ ਬੜਾ ਹੁੰਦਾ, ਕਿਰਾਇਆ ਉਹਦਾ ਬਹੁਤ ਜ਼ਿਆਦਾ, ਲੱਖਾਂ ਰੁਪਏ ਚਰਨਜੀਤ ਚੰਨੀ ਦੱਸ ਰਹੇ ਸੀ। ਚਰਨਜੀਤ ਚੰਨੀ ਜੀ ਤਾਂ ਕਹਿ ਰਹੇ ਸੀ 10 ਲੱਖ, 15 ਲੱਖ, 20 ਲੱਖ, ਚਲੋ ਮੈਂ ਇਹ ਨਹੀਂ ਕਹਿੰਦਾ, ਲੱਖਾਂ ਰੁਪਏ। ਅਤੇ ਇਸ ਕਰਕੇ ਇਹ ਬਹੁਤ ਸੋਚਣ ਸਮਝਣ ਵਾਲੀ ਗੱਲ ਹੈ। ਇਹ ਮੁੱਦਾ ਬਣ ਜਾਣਾ ਜੀ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਕਿਉਂਕਿ ਦੇਖੋ ਪ੍ਰਧਾਨ ਮੰਤਰੀ ਸਾਹਿਬ 'ਤੇ ਇਲਜ਼ਾਮ ਲਾਉਂਦੇ ਸੀ ਆਮ ਆਦਮੀ ਪਾਰਟੀ ਵਾਲੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸਰਕਾਰ ਵੱਲੋਂ ਜਹਾਜ਼ ਹੀ ਖਰੀਦ ਲਿਆ ਆਪਣੇ 2। ਉਹ ਕਹਿੰਦੇ ਜੀ ਇੰਨਾ ਪੈਸਾ ਕਿਉਂ ਲਾਇਆ ਗਿਆ। ਹੁਣ ਗੱਲ ਤਾਂ ਇਹ ਹੈ ਕਿ ਇੰਨਾ ਜ਼ਿਆਦਾ ਪੈਸੇ ਦੀ ਜਿਹੜੀ ਵਰਤੋਂ ਹੋ ਰਹੀ ਹੈ, ਇਹਦੇ 'ਤੇ ਸਵਾਲ ਤਾਂ ਲੋਕ ਕਰਨਗੇ। ਸੋ ਇਸ ਕਰਕੇ ਉਦਾਹਰਨ ਅਗਰ ਆਪਾਂ ਪੇਸ਼ ਕਰਨੀ ਹੈ ਤੇ ਜ਼ਰੂਰ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਮੇਰਾ ਇਹ ਮੰਨਣਾ ਹੈ। ਬਾਹਰਲੇ ਸੂਬਿਆਂ 'ਚ ਜ਼ਿਆਦਾ ਨਹੀਂ ਜਾਣਾ ਚਾਹੀਦਾ, ਆਪਣੇ ਸੂਬੇ 'ਚ ਲੋੜ ਮੁਤਾਬਕ ਵਰਤੋਂ ਕਰ ਲਓ। ਪਰ ਇਹ ਮੁੱਦਾ ਬਣ ਗਿਆ ਭਗਵੰਤ ਮਾਨ ਸਾਹਿਬ ਦੇ ਲਈ ਵੀ, ਸਵਾਲ ਕਰੀ ਜਾਂਦੇ ਨੇ ਹੁਣ ਪੋਲੀਟੀਕਲ ਪਾਰਟੀਆਂ ਦੇ ਲੀਡਰ। ਉਂਝ ਆਉਂਦੇ ਦਿਨਾਂ 'ਚ ਇਹਦੇ 'ਤੇ ਸਿਆਸਤ ਹਰਜੋਤ ਜੀ ਹੋਰ ਵਧੂਗੀ, ਕਿਉਂਕਿ 2024 ਦੀਆਂ ਚੋਣਾਂ ਨੇ ਤੇ ਦੇਖਦੇ ਹਾਂ ਕੀ ਬਣਦਾ। ਉਂਝ ਇੱਕ ਵਿਕਲਪ ਹੈ, ਪਾਰਟੀਆਂ ਕਿੰਨੀਆਂ ਅਮੀਰ ਨੇ, ਆਮ ਆਦਮੀ ਪਾਰਟੀ ਕਿੰਨੀ ਅਮੀਰ ਹੈ, ਕਾਂਗਰਸ ਕਿੰਨੀ ਅਮੀਰ ਹੈ, ਸ਼੍ਰੋਮਣੀ ਅਕਾਲੀ ਦਲ ਕਿੰਨੀ ਅਮੀਰ ਹੈ। ਹਰਜੋਤ ਜੀ ਇਹ ਪਾਰਟੀਆਂ ਚਾਹੁਣ ਆਪਣਾ ਜਹਾਜ਼ ਖਰੀਦ ਲੈਣ, ਇਹਨਾਂ ਕੋਲੇ ਇੰਨੇ ਪੈਸੇ, ਲੋਕ ਇੰਨਾ ਚੰਦਾ ਦਿੰਦੇ ਨੇ ਜੀ। ਦੇਖੋ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਬਹੁਤ ਚੰਦਾ ਦਿੱਤਾ, ਕਾਂਗਰਸ ਨੂੰ ਕਿੰਨੇ ਚੰਦੇ ਲੋਕਾਂ ਨੇ ਇੰਨੇ 70 ਸਾਲ ਦਿੱਤੇ, ਕਿੱਥੇ ਗਏ ਉਹ ਪੈਸੇ ਭਾਈ? ਕੋਈ ਕਰਾ ਕੇ ਰੱਖੋ ਐਫਡੀਆਂ ਉਫਡੀਆਂ, ਉਹਦੇ 'ਚ ਖਰਚੇ ਕਰੋ। ਜੀ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਤੇ ਆਪਾਂ ਜਿਵੇਂ ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕਰ ਰਹੇ ਹਾਂ ਤਾਂ ਅੱਗੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੂੰ ਲੈ ਕੇ ਜੋ ਕਿਆਸ ਰਾਈਆਂ ਚੱਲ ਰਹੀਆਂ ਨੇ ਕਿ ਆਉਂਦੇ ਸਮੇਂ ਵਿੱਚ ਇਹਨਾਂ ਦੋਹੇ ਪਾਰਟੀਆਂ ਦਾ ਗੱਠਜੋੜ ਵੇਖਿਆ ਜਾ ਸਕਦਾ, ਇਹਨਾਂ ਚਰਚਾਵਾਂ ਨੂੰ ਕਿਵੇਂ ਵੇਖਿਆ ਜਾਏ। ਤੇ ਗੱਲਾਂ ਇਹ ਵੀ ਹੋ ਰਹੀਆਂ ਨੇ ਕਿ ਜੇਕਰ ਅਜਿਹਾ ਹੁੰਦਾ ਤਾਂ ਸੁਖਬੀਰ ਬਾਦਲ ਨੂੰ ਵੀ ਜੋ ਹੈ ਮੰਤਰੀ ਦਾ ਕੋਈ ਅਹੁਦਾ ਜ਼ਰੂਰ ਮਿਲ ਸਕਦਾ। ਸੋ ਅਕਾਲੀ ਦਲ ਦੇ ਵਿੱਚ ਵੀ ਮੀਟਿੰਗਾਂ ਦੇ ਦੌਰ ਚੱਲ ਰਹੇ ਨੇ, ਸੁਖਬੀਰ ਬਾਦਲ ਖੁਦ ਵੀ ਇਹਨਾਂ ਬੈਠਕਾਂ ਦੇ ਵਿੱਚ ਕਾਫੀ ਵਿਅਸਤ ਨਜ਼ਰ ਆ ਰਹੇ ਨੇ। ਸੋ ਕਿਵੇਂ ਵੇਖੀਏ ਇਹਨਾਂ ਚਰਚਾਵਾਂ ਨੂੰ ਤੇ ਇਹਨਾਂ ਮੀਟਿੰਗਾਂ ਨੂੰ? ਦੇਖੋ ਇਹ ਪਿਛਲੇ 2 ਕੁ ਦਿਨਾਂ ਦਾ ਨਾ ਜੀ ਪੋਲੀਟੀਕਲ ਮਾਹੌਲ ਬੜਾ ਗਰਮ ਹੋ ਗਿਆ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਕੀ ਦੁਬਾਰਾ ਇਕੱਠੇ ਹੋਣਗੇ, ਸ਼ੱਕ ਤਾਂ ਮੈਨੂੰ ਸੀਗਾ ਵੀ ਚੋਣਾਂ ਤੋਂ 4-5 ਮਹੀਨੇ ਕੁ ਪਹਿਲਾਂ ਹੋਣਗੇ। ਪਰ ਮੈਨੂੰ ਹੁਣ ਇਹ ਲੱਗਦਾ ਜਿੰਨੀ ਤੇਜ਼ੀ ਫੜੀ ਹੋਈ ਹੈ ਕੰਮ ਨੇ, ਬੀਜੇਪੀ ਨੇ ਤੁਰੰਤ ਸੁਨੀਲ ਜਾਖੜ ਜੀ ਨੂੰ ਪ੍ਰਧਾਨ ਲਾਤਾ, ਬੀਜੇਪੀ ਨੇ ਕਈ ਸੂਬਿਆਂ ਦੇ ਆਪਣੇ ਪ੍ਰਧਾਨ ਬਦਲਤੇ। ਮੈਨੂੰ ਇਹ ਸ਼ੱਕ ਜਾ ਪੈ ਰਿਹਾ ਹਰਜੋਤ ਜੀ ਕਿ ਐਤਕੀ ਲੋਕ ਸਭਾ ਦੀਆਂ ਚੋਣਾਂ ਛੇਤੀ ਹੋ ਸਕਦੀਆਂ ਨੇ। ਮਤ ਸੋਚੋ ਕਿ ਅਗਲੇ ਸਾਲ ਮਾਰਚ ਅਪ੍ਰੈਲ 'ਚ ਹੋਣਗੀਆਂ, ਕੋਈ ਵੱਡੀ ਗੱਲ ਨਹੀਂ ਕਿ ਦਸੰਬਰ ਜਨਵਰੀ 'ਚ ਲੋਕ ਸਭਾ ਦੀਆਂ ਚੋਣਾਂ ਹੋ ਜਾਣ ਐਤਕੀ, ਵਕਤ ਤੋਂ ਪਹਿਲਾਂ। ਦੀਵਾਲੀ ਦੇ ਲਾਗੇ ਵੀ ਹੋ ਸਕਦੀਆਂ ਨੇ, ਕਿਉਂਕਿ ਜਿੰਨੀ ਤੇਜ਼ੀ ਨਜ਼ਰ ਆ ਰਹੀ ਹੈ। ਇੱਕ ਤਾਂ UCC ਕਾਨੂੰਨ, ਯੂਨੀਫਾਰਮ ਸਿਵਲ ਕੋਡ, ਉਹ ਮੈਨੂੰ ਲੱਗਦਾ ਹੈ ਇਸ ਸੈਸ਼ਨ 'ਚ ਜਿਹੜਾ 20 ਜੁਲਾਈ ਤੋਂ ਸ਼ੁਰੂ ਹੋਣਾ ਆ ਹੀ ਜਾਣਾ, ਉਹ ਪਾਰਲੀਮੈਂਟ 'ਚ ਆ ਜਾਣਾ। ਕੋਈ ਵੱਡੀ ਗੱਲ ਨਹੀਂ, ਭਾਰਤੀ ਜਨਤਾ ਪਾਰਟੀ ਲੋਕ ਸਭਾ 'ਚ ਪਾਸ ਹੀ ਕਰ ਦੇ ਯੂਨੀਫਾਰਮ ਸਿਵਲ ਕੋਡ, ਰਾਜ ਸਭਾ 'ਚ ਪਾਸ ਹੋਣਾ ਨਹੀਂ। ਦੂਸਰਾ, ਜਿਹੜੀ ਅਕਾਲੀ ਦਲ ਵਾਲੀ ਤੁਸੀਂ ਗੱਲ ਦੱਸੀ, ਜਿੰਨੀ ਕਾਲੀ 'ਚ ਬੀਜੇਪੀ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਤਾ, ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਬੀਜੇਪੀ ਦੀ ਇਹ ਕੋਸ਼ਿਸ਼ ਹੋਣੀ ਹੈ ਕਿ ਜਿਵੇਂ 15-16 ਵਿਰੋਧੀ ਪਾਰਟੀਆਂ ਇਕੱਠੇ ਹੋ ਕੇ ਮੀਟਿੰਗਾਂ ਕਰੀ ਜਾਂਦੀਆਂ ਨੇ, ਅਸੀਂ ਵੀ ਆਪਣੀ ਤਿਆਰੀ ਰੱਖੀਏ, ਕਿਤੇ ਇਹ ਨਾ ਹੋਵੇ ਅਸੀਂ ਲੇਟ ਹੋ ਜਾਈਏ। ਕੋਈ ਵੱਡੀ ਗੱਲ ਨਹੀਂ ਕਿ ਅਕਾਲੀ ਦਲ ਔਰ ਬੀਜੇਪੀ ਦੇ ਵਿੱਚ ਲੁਕਵੀਂ ਗੱਲਬਾਤ ਚੱਲ ਰਹੀ ਹੋਵੇ। ਦੇਖੋ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਨਾ, ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਭਾਵੇਂ ਅਮਿਤ ਸ਼ਾਹ ਨੇ, ਭਾਵੇਂ JP ਨੱਡਾ ਨੇ, ਭਾਵੇਂ ਰਾਜਨਾਥ ਸਿੰਘ ਨੇ, ਪ੍ਰਕਾਸ਼ ਸਿੰਘ ਬਾਦਲ ਦੁਨੀਆ ਤੋਂ ਗਏ ਤੇ ਸਾਰੇ ਪਹੁੰਚੇ, ਸਾਰੇ ਯਾਦ ਕਰ ਰਹੇ ਨੇ, ਹੁਣ ਵੀ ਯਾਦ ਕਰ ਰਹੇ ਨੇ। ਇਹਦਾ ਮਤਲਬ ਹੈ ਅਕਾਲੀ ਦਲ ਪ੍ਰਤੀ, ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਉਹਨਾਂ ਦੀ ਮੁਹੱਬਤ ਤਾਂ ਹੈ। ਦੂਸਰਾ, ਬੀਜੇਪੀ ਨੇ ਇਹ ਵੀ ਦੇਖ ਲਿਆ ਕਿ ਅਸੀਂ तमाम ਕੋਸ਼ਿਸ਼ਾਂ ਕਰ ਲਈਆਂ, ਪੰਜਾਬ 'ਚ ਸਾਡੇ ਪੈਰ ਨਹੀਂ ਲੱਗਦੇ। ਜਲੰਧਰ ਵਾਲੀ ਚੋਣ ਦੇਖ ਲਈ, ਪੈਰ ਨਹੀਂ ਲੱਗੇ। 2022 ਦੀਆਂ ਚੋਣਾਂ ਦੇਖ ਲਈਆਂ, ਕੈਪਟਨ ਅਮਰਿੰਦਰ ਵੀ ਸ਼ਾਮਲ ਕਰਾਇਆ, ਕਿੰਨੇ ਹੋਰ ਕੈਪਟਨ ਦੇ ਨਾਲ ਲੋਕ ਗਏ, ਪੈਰ ਨਹੀਂ ਲੱਗੇ। ਇਹ ਵੀ ਬੀਜੇਪੀ ਨੇ ਦੇਖ ਲਿਆ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਉਹ ਪੋਜੀਸ਼ਨ ਨਹੀਂ ਆ ਪੋਲੀਟੀਕਲ ਕਿ ਉਹ ਪੰਜਾਬ 'ਚ ਸਰਕਾਰ ਬਣਾ ਦੂ ਬੀਜੇਪੀ ਦੀ। ਵਹਿਮ ਸੀ ਬੀਜੇਪੀ ਨੂੰ ਕਿ ਕੈਪਟਨ ਅਮਰਿੰਦਰ ਸਾਡੇ ਨਾਲ ਆ ਗਿਆ, ਪਾਰਟੀ ਬਣਾਈ ਸੀ ਕੈਪਟਨ ਅਮਰਿੰਦਰ ਨੇ, ਪੰਜਾਬ ਲੋਕ ਪਾਰਟੀ, ਸ਼ਾਇਦ ਵੀ ਪਾਰਟੀ ਕੈਪਟਨ ਅਮਰਿੰਦਰ ਦੀ ਸਾਡੇ ਨਾਲ ਆ ਗਈ, ਅਸੀਂ ਸਰਕਾਰ ਬਣਾ ਜਾਾਂਗੇ। ਕੁਛ ਨਹੀਂ ਹੋਇਆ,
ਕੈਪਟਨ ਅਮਰਿੰਦਰ ਵੀ ਨਹੀਂ ਜਿੱਤ ਸਕੇ। ਹੁਣ ਬੀਜੇਪੀ ਦੀਆਂ ਸੀਟਾਂ 2 ਰਹਿ ਗਈਆਂ। ਬੀਜੇਪੀ ਨੂੰ ਉਮੀਦ ਸੀ, ਕਹਿੰਦੇ ਬਸ 30-35 ਸਾਡੀਆਂ ਆ ਗਈਆਂ, ਬਾਕੀ ਤਾਂ ਆ ਹੀ ਜਾਣੀਆਂ, ਉਹ ਵੀ ਨਹੀਂ, 2 ਰਹਿ ਗਈਆਂ। ਤੇ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਲਈਆਂ, ਜਿਹਦਾ ਖਾਬੋ ਖਿਆਲ 'ਚ ਨਹੀਂ ਸੀ ਵਿਰੋਧੀ ਪਾਰਟੀਆਂ ਨੂੰ। ਇਹ ਤਾਂ ਮਸਾਂ 10-15 ਤੇ ਸੋਚਦੇ ਸੀ ਆਮ ਆਦਮੀ ਪਾਰਟੀ ਨੂੰ। ਕਈ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਇਹਨਾਂ ਦੀ ਜ਼ਮਾਨਤ ਹੀ ਜ਼ਬਤ ਹੋ ਜਾਣੀ, ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਜ਼ਮਾਨਤ ਜ਼ਬਤ ਪਾਰਟੀ ਕਹਿੰਦੇ ਸੀ ਕਈ ਵਿਰੋਧੀ। ਪਰ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਬੀਜੇਪੀ ਦੀਆਂ, ਕਾਂਗਰਸ ਦੀਆਂ ਤੇ ਅਕਾਲੀ ਦਲ ਵਾਲਿਆਂ ਦੀਆਂ ਅੱਖਾਂ ਖੋਲ੍ਹਤੀਆਂ। ਹੁਣ ਬੀਜੇਪੀ ਇਹ ਮਹਿਸੂਸ ਕਰ ਰਹੀ ਹੈ ਵੀ ਕੱਲਿਆਂ ਦਾ ਸਾਡਾ ਪੰਜਾਬ 'ਚ ਗੁਜ਼ਾਰਾ ਨਹੀਂ। 13 ਲੋਕ ਸਭਾ ਦੀਆਂ ਸੀਟਾਂ ਨੇ ਤੇ ਗੁਰਦਾਸਪੁਰ ਵਾਲੀ ਸੀਟ ਇਹਨਾਂ ਨੇ ਦਿੱਤੀ ਸੀ ਸਨੀ ਦਿਓਲ ਨੂੰ, ਜਿਹੜਾ ਮੁੜਿਆ ਹੀ ਬਹੁਤ ਘੱਟ ਹੈ। ਮੈਨੂੰ ਲੱਗਦਾ ਚੰਦਰਮਾ ਦੇ ਦਰਸ਼ਨ ਲੋਕ ਜ਼ਿਆਦਾ ਕਰ ਲੈਂਦੇ ਨੇ। ਮੈਨੂੰ ਲੱਗਦਾ ਜਿਵੇਂ ਕਹਿੰਦੇ ਹੁੰਦੇ ਨਾ ਕਿ ਈਦ ਕਾ ਚਾਂਦ ਹੋ ਗਏ, ਈਦ ਵਾਲਾ ਚੰਨ ਫਿਰ ਦਿਖ ਜਾਂਦਾ ਹਰਜੋਤ ਜੀ, ਸਨੀ ਦਿਓਲ ਨਹੀਂ ਦਿਖਦਾ ਗੁਰਦਾਸਪੁਰ 'ਚ। ਔਰ ਲੋਕ, ਮੈਂ ਗੁਰਦਾਸਪੁਰ, ਮੇਰੇ 2-4 ਮਿੱਤਰ ਨੇ ਹਰਜੋਤ ਜੀ, ਵਿਚਾਰੇ ਤਰਸੇ ਪਏ ਭਰਾ ਮੇਰੇ, ਕਹਿੰਦੇ ਅਸੀਂ ਤਾਂ ਦੇਖਿਆ ਹੀ ਨਹੀਂ ਨੰਗੀ ਅੱਖ ਨਾਲ ਸਨੀ ਦਿਓਲ, ਟੀਵੀਆਂ 'ਚ ਹੀ ਦੇਖਦੇ ਹਾਂ, ਬਹੁਤ ਘੱਟ ਆਉਂਦਾ ਸਨੀ ਦਿਓਲ ਗੁਰਦਾਸਪੁਰ। ਹੁਣ ਬੀਜੇਪੀ ਨੂੰ ਇਹ ਡਰ ਹੋਇਆ ਪਿਆ ਵੀ ਕਿਤੇ ਸਨੀ ਦਿਓਲ ਕਰਕੇ ਅਸੀਂ ਗੁਰਦਾਸਪੁਰ ਨਾ ਹਾਰ ਜਾਈਏ। ਹੁਣ ਦੇਖੋ ਕਿੰਨੀ ਵਿਚਿੱਤਰ ਸਥਿਤੀ ਹੈ। ਬੀਜੇਪੀ ਲਿਆਈ ਸੁਨੀਲ ਜਾਖੜ ਸਾਹਿਬ ਨੂੰ। ਸੁਨੀਲ ਜਾਖੜ ਸਾਹਿਬ ਪਹਿਲਾਂ ਬੀਜੇਪੀ ਨੇ ਸਨੀ ਦਿਓਲ ਤੋਂ ਹਰਵਾਇਆ, ਕਿਉਂਕਿ ਸਨੀ ਦਿਓਲ ਪਿਛਲੀ ਵਾਰੀ ਗੁਰਦਾਸਪੁਰ ਬੀਜੇਪੀ ਲਿਆਈ, ਸੁਨੀਲ ਜਾਖੜ ਕਾਂਗਰਸ ਵੱਲੋਂ ਸੀ, ਜਾਖੜ ਸਾਹਿਬ ਹਾਰ ਗਏ। ਹੁਣ ਗੁਰਦਾਸਪੁਰੋਂ ਸਨੀ ਦਿਓਲ ਜਿੱਤ ਕੇ ਚਲਾ ਗਿਆ, ਜਾਖੜ ਸਾਹਿਬ ਹਾਰ ਗਏ। ਹੁਣ ਸਨੀ ਦਿਓਲ ਨੇ ਕੀਤਾ ਕੁਛ ਨਹੀਂ, ਤੇ ਜੇ ਬੀਜੇਪੀ ਨੇ ਦੁਬਾਰਾ ਸੁਨੀਲ ਜਾਖੜ ਸਾਹਿਬ ਨੂੰ ਫੇਰ ਗੁਰਦਾਸਪੁਰ ਭੇਜਤਾ, ਕਿਤੇ ਐਤਕੀ ਜਾਖੜ ਸਾਹਿਬ ਤੇ ਬੀਜੇਪੀ ਦਾ ਗੁੱਸਾ ਨਾ ਲੋਕ ਕੱਢ ਦੇਣ ਵੀ ਪਿਛਲੀ ਵਾਰੀ ਅਸੀਂ ਬੀਜੇਪੀ ਜਿਤਾਈ ਸੀ, ਸਨੀ ਦਿਓਲ ਆਇਆ ਨਹੀਂ। ਪਿਛਲੀ ਵਾਰੀ ਵੀ ਸਨੀ ਦਿਓਲ ਤੋਂ ਗੁਰਦਾਸਪੁਰ ਹਾਰ ਗਿਆ, ਗੁਰਦਾਸਪੁਰ ਸੁਨੀਲ ਜਾਖੜ ਸਾਹਿਬ ਹਾਰ ਗਏ ਸੀ ਸਨੀ ਦਿਓਲ ਤੋਂ। ਐਤਕੀ ਇਹ ਨਾ ਹੋਵੇ ਗੁਰਦਾਸਪੁਰ ਦੇ ਲੋਕ ਜਾਖੜ ਸਾਹਿਬ ਨੂੰ ਹਰਾ ਦੇਣ, ਜੇ ਉੱਥੋਂ ਲੜੇ ਵੀ ਭਾਈ ਇੱਥੇ ਸਨੀ ਦਿਓਲ ਬੜਿਆ ਨਹੀਂ ਜਿੱਤਣ ਤੋਂ ਬਾਅਦ। ਇਸ ਕਰਕੇ ਬੇਨਤੀ ਇਹ ਹੈ, ਵੈਸੇ ਤਾਂ ਜਾਖੜ ਸਾਹਿਬ ਬਹੁਤ ਸਿਆਣੇ ਨੇ, ਪ੍ਰਧਾਨ ਨੇ ਬੀਜੇਪੀ ਦੇ, ਜਾਖੜ ਸਾਹਿਬ ਗੁਰਦਾਸਪੁਰ ਤੋਂ ਨਾ ਲੜ ਲਿਓ ਐਤਕੀ। ਗੁਰਦਾਸਪੁਰ 'ਚ ਬੀਜੇਪੀ ਦੀ ਸਥਿਤੀ ਬਹੁਤ ਕਮਜ਼ੋਰ ਹੈ ਤੇ ਲੋਕ ਉਡੀਕੀ ਜਾਂਦੇ ਨੇ ਵੀ ਕਿੱਦਣ ਮਸ਼ੀਨ ਦਾ ਬਟਨ ਦੱਬਣ ਦਾ ਸਾਨੂੰ ਮੌਕਾ ਮਿਲਣਾ ਹੈ। ਕਿਉਂਕਿ ਸਨੀ ਦਿਓਲ ਜ਼ਿਆਦਾ ਆਇਆ ਨਹੀਂ, ਐਵੇਂ ਫਿਲਮਾਂ ਵਾਲੇ ਡਾਇਲੋਗ ਮਾਰ ਕੇ ਲੋਕਾਂ ਦਾ ਮਨ ਜਿੱਤ ਕੇ ਵੋਟਾਂ ਲੈ ਕੇ ਉਹ ਗਿਆ ਤੇ ਅੱਜ ਕੱਲ੍ਹ ਫਿਲਮਾਂ ਬਣਾਈ ਜਾਂਦਾ। 2-4 ਦਿਨ ਮੈਂ ਪਹਿਲਾਂ ਦੇਖਦਾ ਸੀ ਭੰਗੜਾ ਪੈ ਰਿਹਾ ਸੀ, ਕੋਈ ਪਰਿਵਾਰ 'ਚ ਵਿਆਹ ਸੀ, ਚਲੋ ਉਹ ਤਾਂ ਚੰਗੀ ਗੱਲ ਹੈ, ਭੰਗੜੇ ਤੁਸੀਂ ਜ਼ਰੂਰ ਪਾਓ, ਪਰ ਜਿਹੜੀ ਜ਼ਿੰਮੇਵਾਰੀ ਸੀ ਉਹ ਨਹੀਂ ਤੁਸੀਂ ਪੂਰੀ ਕੀਤੀ। ਮੈਂ ਕਈ ਵਾਰ ਕਹਿਣਾ ਹੁੰਦਾ, ਅੰਨਾ ਹਜ਼ਾਰੇ ਸਾਹਿਬ ਨੂੰ ਮੈਂ ਇਸੇ ਕਰਕੇ ਯਾਦ ਕਰਦਾ। ਅੰਨਾ ਹਜ਼ਾਰੇ ਕਹਿੰਦੇ ਸੀ ਪੋਲੀਟੀਕਲ ਰਿਫਾਰਮਸ ਚਾਹੀਦੇ ਨੇ, ਉਸੇ ਵਿਅਕਤੀ ਨੂੰ ਪਾਰਲੀਮੈਂਟ ਦੀ ਚੋਣ ਲੜਨ ਦਾ ਹੱਕ ਹੋਵੇ ਜਿਹੜਾ ਉਸ ਹਲਕੇ 'ਚੋਂ ਜੰਮਿਆ। ਇਹ ਨਹੀਂ ਵੀ ਤੁਸੀਂ ਜੰਮੇ ਬਠਿੰਡੇ ਹੋ ਤੇ ਤੁਸੀਂ ਚੋਣ ਗੁਰਦਾਸਪੁਰੋਂ ਲੜੀ ਜਾਂਦੇ ਹੋ ਤੇ ਤੁਸੀਂ ਜਿੱਤ ਕੇ ਮੁੰਬਈ ਚੱਲ ਜਾਓ ਤੇ ਫਿਲਮਾਂ 'ਚ ਕੰਮ ਕਰੀ ਜਾਓ। ਹਾਲਾਂਕਿ ਸਨੀ ਦਿਓਲ ਤਾਂ ਚਲੋ ਪਤਾ ਨਹੀਂ ਲੁਧਿਆਣੇ ਜੰਮਿਆ ਸੀ ਮੇਰੇ ਖਿਆਲ। ਇਹ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਸੇ ਹਲਕੇ 'ਚ ਜੰਮਿਆ ਹੋਵੇ ਔਰ ਪਿਛਲੇ ਘੱਟੋ ਘੱਟ 5-7 ਸਾਲ ਤੋਂ ਉਸੇ ਹਲਕੇ 'ਚ ਹੀ ਉਹਦਾ ਕਾਰੋਬਾਰ ਹੋਵੇ। ਮੁੜ ਕੇ ਸਾਡੇ ਵਰਗੇ ਲੋਕ ਹੁਣ ਜਿਨ੍ਹਾਂ ਨੇ ਕੰਮ ਕਰਾਉਣਾ, ਕਈਆਂ ਨੇ, ਮੈਂ ਇੱਥੇ ਤੱਕ ਵੀ 1-2 ਮੇਰੇ ਦੋਸਤ ਮਿੱਤਰ ਜਿਵੇਂ ਮੈਂ ਦੱਸਿਆ, ਉਹ ਮੈਨੂੰ ਕਹਿੰਦੇ ਡੱਲਾ ਸਾਹਿਬ ਬਹੁਤ ਜ਼ਰੂਰੀ ਕੰਮ ਹੈ ਹਲਕੇ ਦਾ, ਕੀ ਕਰੀਏ, ਬੰਬੇ ਜਾ ਕੇ ਆਈਏ। ਹਾਲਾਂਕਿ ਉਹਨਾਂ ਨੇ ਨੁਮਾਇੰਦਗੀ ਆਪਣੀ ਰੱਖੀ ਹੁੰਦੀ ਹੈ, ਪਰ MP ਨੂੰ ਮਿਲਣਾ ਚਾਹੁੰਦੇ ਨੇ ਲੋਕ ਭਾਈ। ਹੁਣ ਤੁਸੀਂ ਦੱਸੋ, ਜਿਹੜਾ ਕੰਮ ਡਾਕਟਰ ਨੇ ਕਰਨਾ ਹੈ ਉਹ ਕੰਪਾਊਂਡਰ ਥੋੜ੍ਹੀ ਕਰ ਦੂਗਾ। ਕੰਪਾਊਂਡਰ ਤਾਂ ਉਹ ਹੌਸਲਾ ਦੇ ਦੂਗਾ ਵੀ ਮੈਂ ਚੈੱਕ ਕਰ ਲਿਆ, BP ਠੀਕ ਹੈ, ਆਪਰੇਸ਼ਨ ਤਾਂ ਡਾਕਟਰ ਸਾਹਿਬ ਨਹੀਂ ਕਰਨਾ ਨਾ। ਹੁਣ ਮੁਹੱਲਾ ਕਲੀਨਿਕ 'ਚੋਂ ਤਾਂ ਸਿਰਫ ਟੈਸਟ ਹੋਣਾ ਹੈ, ਸਰਜਰੀ ਤਾਂ ਹਸਪਤਾਲ 'ਚ ਹੀ ਹੋਣੀ ਹੈ, ਉਹ ਹੋ ਨਹੀਂ ਰਹੀ। ਹਸਪਤਾਲਾਂ ਦੇ ਹਾਲ ਬਹੁਤ ਮਾੜੇ ਆ, ਗੁਰਦਾਸਪੁਰ 'ਚ ਵੀ ਇਹੀ ਹਾਲ ਹੈ। ਸੋ ਇਸ ਕਰਕੇ ਹੁਣ ਬੀਜੇਪੀ ਨੇ ਜਾਖੜ ਸਾਹਿਬ ਨੂੰ ਤਾਂ ਲਾਤਾ, ਪਰ ਕਿਤੇ ਨਾ ਕਿਤੇ ਬੀਜੇਪੀ ਇਸ ਗੱਲ ਤੋਂ ਡਰਦੀ ਹੈ ਕਿ ਨਾ ਅੰਮ੍ਰਿਤਸਰ 'ਚ ਅਸੀਂ ਉਹੋ ਜਿਹਾ ਕੁਛ ਕਰ ਸਕੇ, ਨਾ ਹੁਸ਼ਿਆਰਪੁਰ 'ਚ ਅਸੀਂ ਕੁਛ ਉਹੋ ਜਿਹਾ ਕਰ ਸਕੇ, ਨਾ ਅਸੀਂ ਕਿਸਾਨਾਂ ਨਾਲ ਆੜੀ ਬਣਾ ਸਕੇ, ਨਾ ਅਸੀਂ ਕਿਸਾਨਾਂ ਲਈ MSP ਦਾ ਕਾਨੂੰਨ ਬਣਾ ਸਕੇ। ਤੇ ਇਸ ਕਰਕੇ ਬੀਜੇਪੀ ਕਹਿੰਦੀ ਚਲੋ ਕਿਤੇ ਨਾ ਕਿਤੇ ਜੇ ਅੰਦਰ ਖਾਤੇ ਗੱਲ ਰਲਦੀ ਹੈ ਤੇ ਬੀਜੇਪੀ ਅਕਾਲੀਆਂ ਨਾਲ ਰਲਾ ਲਈਏ। ਹੁਣ ਅਕਾਲੀ ਦਲ ਦੀ ਵੀ ਪੋਜੀਸ਼ਨ ਉਹੀ ਹੈ, ਅਕਾਲੀ ਦਲ ਦੀ ਵੀ ਪੋਜੀਸ਼ਨ ਉਹੀ ਹੈ। ਜਿਵੇਂ ਬਿਨਾਂ ਬੈਟਰੀ ਤੋਂ ਇਨਵਰਟਰ ਦਾ ਕੋਈ ਮੁੱਲ ਨਹੀਂ, ਕੋਈ ਕੰਮ ਨਹੀਂ, ਉਸੇ ਤਰ੍ਹਾਂ ਅਕਾਲੀ ਦਲ ਤੇ ਬੀਜੇਪੀ ਨੂੰ ਇਹ ਪਤਾ ਲੱਗ ਗਿਆ ਵੀ ਇੱਕ ਦੂਜੇ ਬਿਨਾਂ ਸਾਡਾ ਕੰਮ ਨਹੀਂ ਚੱਲਣਾ। ਸੋ ਟਰੈਕਟਰ ਟਰਾਲੀ ਦੀ ਭੂਮਿਕਾ 'ਚ ਦੋਨੇ ਨੇ, ਇਕੱਲੇ ਟਰੈਕਟਰ ਦੀ ਓਡੀ ਵੈਲਿਊ ਨਹੀਂ, ਇਕੱਲੀ ਟਰਾਲੀ ਦੀ ਓਡੀ ਵੈਲਿਊ ਨਹੀਂ। ਹੁਣ ਇਹ ਇਕੱਠੇ ਹੋ ਜਾਣਗੇ ਤੇ ਥੋੜ੍ਹਾ ਬਹੁਤਾ ਫਰਕ ਪਊਗਾ, ਮੁਕਾਬਲੇ 'ਚ ਆ ਜਾਣਗੇ। ਪਰ ਇਸ ਦੇ ਬਾਵਜੂਦ ਜੋ ਮੈਨੂੰ ਲੱਗਦਾ ਹਰਜੋਤ ਜੀ
ਕਿ ਬੀਜੇਪੀ ਔਰ ਅਕਾਲੀ ਦਲ ਲਈ 2024 ਦੀਆਂ ਚੋਣਾਂ ਜਿੱਤਣਾ ਅੱਜ ਭਾਵੇਂ ਭਗਵੰਤ ਮਾਨ ਕਿਸੇ ਨੂੰ ਪਸੰਦ ਹੈ ਭਾਵੇਂ ਕਿਸੇ ਨੂੰ ਨਹੀਂ, ਅੱਜ 2024 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਮੈਨੂੰ ਪੰਜਾਬ 'ਚ ਉੱਤੇ ਲੱਗਦਾ ਹੈ। 13 ਚੋਂ 10 ਸੀਟਾਂ ਤਾਂ ਮੈਂ ਅੱਜ ਵੀ ਮੰਨਦਾ ਕਿ ਆਮ ਆਦਮੀ ਪਾਰਟੀ ਵੱਲ ਜਾ ਰਹੀਆਂ ਨੇ। ਹਾਂ, ਕਾਂਗਰਸ ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਬਣਾ ਦੇ, ਕਾਂਗਰਸ ਕੱਲ੍ਹ ਨੂੰ ਕਰਪਟ ਐਲੀਗੇਸ਼ਨ ਵਾਲੇ ਲੀਡਰਾਂ ਨੂੰ ਘਰ ਬਿਠਾ ਦੇ, ਕਾਂਗਰਸ ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਨੂੰ ਕਵੇ ਵੀ ਨਵੇਂ ਚਿਹਰੇ ਲਿਆ ਛਾਂਟ ਕੇ, ਜਿਵੇਂ ਰੇਹੜੀ ਤੋਂ ਸੇਬ ਛਾਂਟੀ ਦੇ ਆ, ਫਿਰ ਤਾਂ ਗੱਲ ਬਣ ਸਕਦੀ ਹੈ ਵੀ ਚੰਗੇ ਚਿਹਰਿਆਂ ਦੇ ਨਾਲ ਮੁਕਾਬਲਾ, ਇੱਕ ਪਾਸੇ ਨਵਜੋਤ ਸਿੰਘ ਸਿੱਧੂ, ਇੱਕ ਪਾਸੇ ਨਰਿੰਦਰ ਮੋਦੀ ਤੇ ਇੱਕ ਪਾਸੇ ਭਗਵੰਤ ਮਾਨ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਨਹੀਂ ਤਾਂ ਵਨ ਸਾਈਡਡ ਖੇਡ ਹੈ। ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਭਾਵੇਂ ਕਈ ਮਸਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਡਿਲੀਵਰ ਨਹੀਂ ਕਰ ਪਾ ਰਹੀ, ਪਰ ਦੂਜੀਆਂ ਪਾਰਟੀਆਂ ਤਾਂ ਬਹੁਤ ਹੀ ਦੂਰ ਰਹਿ ਗਈਆਂ ਨਾ ਜੀ, ਦੂਸਰੀਆਂ ਪਾਰਟੀਆਂ ਤਾਂ ਬਹੁਤ ਹੀ ਦੂਰ ਰਹਿ ਗਈਆਂ। ਇਸ ਕਰਕੇ ਇਹ ਜਿਹੜੀ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ, ਦੋਵੇਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਨੇ, ਹਰਜੋਤ ਜੀ ਅਕਾਲੀ ਭਾਜਪਾ, ਕਿ ਕਿਵੇਂ ਜੇ ਸਾਡਾ ਗੱਠਜੋੜ ਹੋ ਜੇ ਤੇ ਸਾਡਾ ਫਾਇਦਾ ਹੈ। ਹੁਣ ਸੁਖਬੀਰ ਬਾਦਲ ਨੇ ਕੱਲ੍ਹ ਮੀਟਿੰਗਾਂ ਕੀਤੀਆਂ, ਸੀਨੀਅਰ ਲੀਡਰਸ਼ਿਪ ਨੂੰ ਬੁਲਾਇਆ, ਅੱਜ ਜ਼ਿਲ੍ਹਾ ਪ੍ਰਧਾਨਾਂ ਦੀਆਂ ਮੀਟਿੰਗਾਂ ਕਰ ਰਹੇ ਨੇ ਵੀ ਕਿਵੇਂ ਕੀਤਾ ਜਾਵੇ। ਹੁਣ ਹੋਣਾ ਕੀ ਹੈ, ਬੀਜੇਪੀ 3 ਸੀਟਾਂ ਤੇ ਲੜਦੀ ਸੀ, ਮੈਨੂੰ ਲੱਗਦਾ ਕੰਮ ਅੱਧੇ ਤੇ ਆ ਕੇ ਮੁੱਕੂ। ਅਕਾਲੀ ਦਲ ਔਰ ਬੀਜੇਪੀ ਹੁਣ ਬਰਾਬਰ ਦੀ ਹਿੱਸੇਦਾਰੀ ਚਾ ਸਕਦੇ ਨੇ। 13 ਸੀਟਾਂ ਨੇ, ਇੱਕ ਨੂੰ 7 ਹੋ ਜਾਣਗੀਆਂ, ਇੱਕ ਨੂੰ 6 ਹੋ ਜਾਣਗੀਆਂ, ਇਹ ਮੈਨੂੰ ਲੱਗਦਾ ਹੈ। ਔਰ ਇਹ ਸਮਝੌਤਾ ਆਫੀਸ਼ੀਅਲੀ ਕੋਈ ਨਹੀਂ ਦੱਸ ਰਿਹਾ, ਨਾ ਬੀਜੇਪੀ ਵਾਲੇ ਦੱਸ ਰਹੇ ਨਾ ਅਕਾਲੀ ਦਲ ਵਾਲੇ, ਪਰ ਖਿਚੜੀ ਪੱਕ ਰਹੀ ਹੈ। ਖਿਚੜੀ ਪੱਕ ਰਹੀ ਹੈ ਕਿਉਂਕਿ ਜਦੋਂ ਪੋਲੀਟੀਕਲ ਖਿਚੜੀ ਪੱਕਦੀ ਹੈ ਹਰਜੋਤ ਜੀ, ਖੁਸ਼ਬੂ ਆ ਜਾਂਦੀ ਹੈ। ਸੋ ਗੱਲਬਾਤ ਤਾਂ ਚੱਲ ਰਹੀ ਹੈ, ਕਿਉਂਕਿ ਲੋੜ ਅਕਾਲੀ ਦਲ ਨੂੰ ਵੀ ਹੈ, ਲੋੜ ਬੀਜੇਪੀ ਵਾਲਿਆਂ ਨੂੰ ਵੀ ਹੈ। ਇਸ ਕਰਕੇ ਕੋਈ ਵੱਡੀ ਗੱਲ ਨਹੀਂ ਕਿ ਚੋਣਾਂ ਕਿਉਂਕਿ ਜਲਦੀ ਹੋਣੀਆਂ ਨੇ, ਮੈਨੂੰ ਲੱਗਦਾ ਚੋਣਾਂ ਜਲਦੀ ਹੋ ਜਾਣੀਆਂ ਨੇ, ਇਸ ਕਰਕੇ ਗੱਠਜੋੜ ਦੀ ਤੇਜ਼ੀ ਹੈ। ਜੇ ਚੋਣਾਂ ਜਲਦੀ ਨਾ ਹੋਣੀਆਂ ਹੁੰਦੀਆਂ ਤੇ ਚੋਣਾਂ ਤੋਂ 5-6 ਮਹੀਨੇ ਪਹਿਲਾਂ ਫਿਰ ਗੱਠਜੋੜ ਦੀ ਚਰਚਾ ਹੋਣੀ ਸੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਅਕਾਲੀ ਬੀਜੇਪੀ ਦਾ ਗੱਠਜੋੜ ਹੋ ਸਕਦਾ ਹੈ, ਕਿਉਂਕਿ ਦੋਹਾਂ ਦੀ ਲੋੜ ਹੈ, ਨਹੀਂ ਤਾਂ ਇਹਨਾਂ ਤੋਂ ਮੁਕਾਬਲਾ ਨਹੀਂ ਹੋਣਾ। ਔਰ ਅਗਰ 15-16 ਪਾਰਟੀਆਂ ਕਾਂਗਰਸ ਵਾਲੇ ਗੁੱਟ 'ਚ ਚਲੀਆਂ ਗਈਆਂ ਤੇ ਬੀਜੇਪੀ ਨੂੰ ਹੋਰ ਲੋੜ ਪੈਣੀ ਹੈ। ਬਿਲਕੁਲ। ਸੋ ਓਵਰਆਲ ਆਪਾਂ ਦੇਖੀਏ ਤੇ ਸਾਰੀਆਂ ਪਾਰਟੀਆਂ ਹੀ ਜੋ ਹੈ 2024 ਨੂੰ ਲੈ ਕੇ ਆਪਣੀ ਪੂਰੀ ਤਿਆਰੀ ਜ਼ਰੂਰ ਕਰ ਰਹੀਆਂ ਨੇ। ਸੋ ਅਗਲੀ ਖਬਰ ਵੱਲ ਅਗਰ ਵਧੀਏ ਡੱਲਾ ਜੀ, ਤਾਂ ਸੁਪਰੀਮ ਕੋਰਟ ਪਹੁੰਚ ਗਿਆ ਆਰਡੀਐਫ ਦਾ ਮੁੱਦਾ। ਸੋ ਇਸ ਦੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਪਟੀਸ਼ਨ ਦਾਖਲ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ, ਕੀ ਲੱਗਦਾ ਅੱਗੋਂ ਕੀ ਬਣਦਾ ਦਿਖਦਾ? ਦੇਖੋ, ਮੈਨੂੰ ਲੱਗਦਾ ਕਈ ਨਵੇਂ ਰਾਹ ਨਿਕਲ ਰਹੇ ਨੇ। ਲਗਭਗ 3600 ਕਰੋੜ ਰੁਪਏ ਦੀ ਮੰਗ ਹੈ ਕਿ ਪੰਜਾਬ ਸਰਕਾਰ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਕੇਂਦਰ ਨਹੀਂ ਦੇ ਰਿਹਾ। ਮੈਨੂੰ ਲੱਗਦਾ ਇੱਥੇ ਕੇਂਦਰ ਦੀ ਬਹੁਤੀ ਵੱਡੀ ਗਲਤੀ ਨਹੀਂ। ਕੇਂਦਰ ਵਾਲੇ ਕਹਿੰਦੇ ਅਸੀਂ ਤੁਹਾਨੂੰ ਜਿਹੜਾ ਪੈਸਾ ਭੇਜਿਆ ਉਹਦਾ ਹਿਸਾਬ ਕਿਤਾਬ ਦਿਓ। ਹੁਣ ਦਿੱਕਤ ਕੀ ਹੈ, ਭਗਵੰਤ ਮਾਨ ਸਾਹਿਬ ਕਹਿੰਦੇ ਕਿ ਉਹ ਪਿਛਲੀਆਂ ਸਰਕਾਰਾਂ ਨੇ ਦੁਰਵਰਤੋਂ ਕੀਤੀ, ਅਸੀਂ ਤਾਂ ਕਾਨੂੰਨ ਬਣਾਤਾ, ਜਿਹੜਾ ਜਿੱਥੇ ਪੈਸਾ ਆਊਗਾ ਉਸੇ ਯੋਜਨਾ 'ਚ ਵਰਤਾਂਗੇ। ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਪਿੰਡਾਂ ਦੀਆਂ ਸੜਕਾਂ, ਪਿੰਡਾਂ ਦੀਆਂ ਮੰਡੀਆਂ, ਰੂਰਲ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਂਦਾ ਹੈ। ਹੁਣ 3600 ਕਰੋੜ ਦਾ ਬਕਾਇਆ। ਹੁਣ ਜਦੋਂ ਹਾਈ ਕੋਰਟ ਪੰਜਾਬ ਸਰਕਾਰ ਨੇ ਪਟੀਸ਼ਨ ਲਾਤੀ ਸੁਪਰੀਮ ਕੋਰਟ, ਤੇ ਹੁਣ ਸੁਪਰੀਮ ਕੋਰਟ 'ਚ ਜਦੋਂ ਸੁਣਵਾਈ ਹੋਊਗੀ ਤੇ ਪੰਜਾਬ ਸਰਕਾਰ ਆਪਣਾ ਤਰਕ ਦੇਊਗੀ, ਕੇਂਦਰ ਆਪਣਾ ਤਰਕ ਦੇਊਗਾ। ਹੁਣ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਕੀ ਕੋਈ ਰਿਕਾਰਡ ਪੇਸ਼ ਕਰਦੀ ਹੈ, ਇਹਦੇ ਤੇ ਗੱਲ ਨਿਰਭਰ ਕਰਦੀ ਹੈ। ਹੁਣ ਇੱਕ ਦੂਸਰੀ ਗੱਲ, ਮੈਨੂੰ ਲੱਗਦਾ ਸਿੱਧੇ ਤੌਰ ਤੇ ਭਗਵੰਤ ਮਾਨ ਸਾਹਿਬ ਨੂੰ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਦੀ ਵਰਤੋਂ ਤੇ ਵਿਜੀਲੈਂਸ ਬਿਊਰੋ ਨੂੰ ਕੇਸ ਦੇ ਦੇਣਾ ਚਾਹੀਦਾ ਸੀ, ਤਾਂ ਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਜਵਾਬਦੇਹੀ ਬਣਦੀ। ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਕੋਲੇ ਨਹੀਂ ਗਏ ਭਗਵੰਤ ਮਾਨ ਸਾਹਿਬ। ਹੁਣ ਸੁਪਰੀਮ ਕੋਰਟ ਸਰਕਾਰ ਨੂੰ ਜਦੋਂ ਨੋਟਿਸ ਕਰੂਗੀ, ਹੋ ਸਕਦਾ ਮੌਜੂਦਾ ਸਰਕਾਰ ਕਹਿ ਦੇ ਵੀ ਸਾਡੇ ਵੇਲੇ ਅਜਿਹਾ ਕੁਝ ਨਹੀਂ ਸੀ, ਇਹ ਪਿਛਲੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਹੋ ਸਕਦਾ ਸੁਪਰੀਮ ਕੋਰਟ 'ਚ ਪਿਛਲੇ ਮੁੱਖ ਮੰਤਰੀਆਂ ਨੂੰ ਨੋਟਿਸ ਹੋਣ ਕਿ ਤੁਸੀਂ ਪੈਸਿਆਂ ਦੀ ਦੁਰਵਰਤੋਂ ਕਿਉਂ ਕੀਤੀ, ਪਰ ਇਹ ਮਾਮਲਾ ਹੁਣ ਅਦਾਲਤੀ ਬਣ ਗਿਆ। ਇਹ ਮਾਮਲਾ ਹੁਣ ਲੰਬਾ ਚੱਲੂਗਾ, ਇਹਦੇ 'ਤੇ ਸਿਆਸਤ ਬਹੁਤ ਹੋਊਗੀ। ਔਰ ਮੈਨੂੰ ਨਹੀਂ ਲੱਗਦਾ ਕਿ ਹੁਣ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਇਹ 3600 ਕਰੋੜ ਰੁਪਇਆ ਮਿਲੂਗਾ। ਮੈਨੂੰ ਲੱਗਦਾ ਇਹ ਹੁਣ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਹੀ ਇਹਦੇ 'ਤੇ ਫੈਸਲਾ ਹੋਊਗਾ। ਠੀਕ ਹੈ, ਬਿਲਕੁਲ। ਸੋ ਗੱਲ ਇੱਥੇ ਡੱਲਾ ਜੀ ਚਰਨਜੀਤ ਚੰਨੀ ਦੀ ਵੀ ਕਰ ਲਈਏ। ਵਿਜੀਲੈਂਸ ਬਿਊਰੋ ਅੱਗੇ ਦੁਬਾਰਾ ਤੋਂ ਪੇਸ਼ ਹੋਏ, ਨਾਲ ਦੀ ਨਾਲ ਉਹਨਾਂ ਨੇ ਉੱਥੇ ਸੁਨੀਲ ਜਾਖੜ ਦੇ ਬੀਜੇਪੀ ਪ੍ਰਧਾਨ ਬਣਨ ਤੇ ਆਪਣੀ ਪੜਾਸ ਵੀ ਜੋ ਹੈ ਮੀਡੀਆ ਦੇ ਅੱਗੇ ਕੱਢੀ। ਕੀ ਕਹੋਗੇ? ਦੇਖੋ, ਇੱਕ ਵਾਰੀ ਸੁਨੀਲ ਜਾਖੜ ਉਹਨਾਂ ਨੇ ਕੁਝ ਅਜਿਹਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਖੇਦ ਪ੍ਰਗਟ ਕੀਤਾ ਸੀ। ਚਰਨਜੀਤ ਚੰਨੀ ਉਸੇ ਬਿਆਨ ਨੂੰ ਲੈ ਕੇ ਸੁਨੀਲ ਜਾਖੜ ਤੇ ਹਮਲਾਵਰ ਹੋ ਰਹੇ ਨੇ ਕਿ ਸੁਨੀਲ ਜਾਖੜ ਔਰ ਭਾਰਤੀ ਜਨਤਾ ਪਾਰਟੀ
ਇੱਕ ਭਾਈਚਾਰੇ ਦੀ ਵਿਰੋਧੀ ਪਾਰਟੀ ਹੈ। ਹੁਣ ਇਹ ਚਰਨਜੀਤ ਚੰਨੀ ਉਹਨਾਂ ਨੇ ਕੱਲ੍ਹ ਇਹ ਬਿਆਨ ਦਿੱਤਾ ਇੱਕ ਟੈਲੀਵਿਜ਼ਨ ਤੇ, ਉਹ ਬੋਲ ਰਹੇ ਸੀ। ਦੂਸਰਾ, ਚਰਨਜੀਤ ਚੰਨੀ ਕਹਿੰਦੇ ਕਿ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਾਂਗਰਸ ਦੇ ਲੀਡਰਾਂ ਨੂੰ ਸ਼ਾਮਲ ਕਰਾ ਕੇ ਪੰਜਾਬ 'ਚ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਨਾਲ ਬੀਜੇਪੀ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਚਰਨਜੀਤ ਚੰਨੀ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਿੱਤਾਂ ਬਾਰੇ ਸੋਚਦੀ ਹੀ ਨਹੀਂ। ਇਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਬਿਆਨ ਦਿੱਤੇ ਨੇ। ਔਰ ਰਾਜਾ ਵੜਿੰਗ ਦਾ ਵੀ ਕੱਲ੍ਹ ਇੱਕ ਬਿਆਨ ਆਇਆ। ਰਾਜਾ ਵੜਿੰਗ ਨੇ ਅਕਾਲੀ ਔਰ ਬੀਜੇਪੀ ਦੇ ਗੱਠਜੋੜ ਤੇ ਬਿਆਨ ਦਿੱਤਾ ਹੈ। ਰਾਜਾ ਵੜਿੰਗ ਕਹਿੰਦੇ ਪਹਿਲਾਂ ਹੀ ਪਤਾ ਸੀ ਸਾਨੂੰ ਕਿ ਜਿਹੜਾ ਸਮਝੌਤਾ ਟੁੱਟਿਆ ਉਹ ਇਹਨਾਂ ਨੇ ਇੱਕ ਸਕੀਮ ਨਾਲ ਤੋੜਿਆ ਸੀ, ਇਹ ਡਰਾਮਾ ਸੀ। ਰਾਜਾ ਵੜਿੰਗ ਨੂੰ ਲੱਗਦਾ ਕਿ ਅਕਾਲੀ ਬੀਜੇਪੀ ਦਾ ਗੱਠਜੋੜ ਟੁੱਟਣਾ ਡਰਾਮਾ ਸੀ, ਇਹ ਅੰਦਰੋਂ ਇਕੱਠੇ ਸੀ ਤੇ ਇਹਨਾਂ ਨੇ ਹੁਣ ਦੁਬਾਰਾ ਇਕੱਠੇ ਹੋ ਜਾਣਾ। ਸੋ ਦੋਵੇਂ ਲੀਡਰਾਂ ਦੇ ਆਪਾਂ ਬਿਆਨ ਹੀ ਸੁਣ ਲੈਂਦੇ ਹਾਂ ਸਿੱਧੇ, ਚਰਨਜੀਤ ਚੰਨੀ ਉਹਨਾਂ ਦੇ ਵੀ ਔਰ ਰਾਜਾ ਵੜਿੰਗ ਉਹਨਾਂ ਦੇ ਵੀ। ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ, ਸੁਖਜਿੰਦਰ ਸਿੰਘ ਰੰਧਾਵਾ ਤੋਂ ਸਿਰਫ 55 ਲੱਖ ਰੁਪਏ ਦੀ ਕਹਿੰਦੇ ਸੀ ਰਿਕਵਰੀ ਕਰਨੀ ਹੈ, ਲੇਕਿਨ ਜਹਾਜ਼ਾਂ ਤੇ ਖਰਚਾ, ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਦੋਂ ਬਾਹਰਲੇ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਜੀ ਹਰ ਰੋਜ਼ ਜਾਂ ਦੂਸਰੇ ਦਿਨ ਜਾਂਦੇ ਹੈ ਤਾਂ ਹੈਲੀਕਾਪਟਰ ਤੇ ਨਹੀਂ ਜਾਂਦੇ ਪੰਜਾਬ ਦੇ ਤੇ। ਕੱਲ ਮੈਂ ਲੱਖਾ ਸਿਧਾਣਾ ਜੀ ਦੀ ਸੁਣ ਰਿਹਾ ਸੀ, ਉਹ ਕਹਿੰਦੇ ਜੀ ਦੇਖੋ ਹੈਲੀਕਾਪਟਰ ਤੇ ਤੇਲ ਕਿੰਨਾ ਖਰਚਾ ਹੁੰਦਾ। ਨਹੀਂ, ਫਿਰ ਹੈਲੀਕਾਪਟਰ ਇੱਥੇ ਖੜਾ ਰਹਿੰਦਾ ਹੈ, ਕਿਰਾਏ ਤੇ ਇੱਕ ਬੜਾ ਜਹਾਜ਼ ਲੈ ਕੇ, ਜਿਹੜਾ ਕਿ ਐਰੋਪਲੇਨ ਮਤਲਬ ਚਾਰਟਰਡ ਜਹਾਜ਼, ਉਹ ਲੈ ਕੇ ਹੈਲੀਕਾਪਟਰ ਨਹੀਂ ਦੂਸਰਾ ਜਹਾਜ਼ ਜਿਹਦਾ 10 ਤੋਂ ਲੈ ਕੇ 25 ਲੱਖ ਰੁਪਏ ਤੱਕ ਦਾ ਰੋਜ਼ ਦਾ ਕਿਰਾਇਆ ਹੈ, ਉਹ ਲੈ ਕੇ ਉਹ ਬਾਹਰਲੇ ਸੂਬਿਆਂ 'ਚ ਹਰ ਰੋਜ਼ ਜਾਂ ਦੂਸਰੇ ਦਿਨ ਜਾਂਦੇ ਹੈ। ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਪੰਜਾਬ ਦੇ ਆਪਣੇ ਖਜ਼ਾਨੇ 'ਚੋਂ ਜੇ ਕੋਈ ਹਰ ਰੋਜ਼ 15 20 25 ਲੱਖ ਰੁਪਇਆ ਚੋਰੀ ਕਰ ਲਵੇ ਤੇ ਫੇਰ ਬਾਹਰ ਘੁੰਮਣ ਜਾਵੇ ਉਸ ਪੈਸੇ ਤੇ, ਫੇਰ ਵੀ ਤਾਂ ਪਰਚਾ ਦਰਜ ਹੋਊਗਾ। ਹੁਣ ਵੀ ਤਾਂ ਚੋਰੀ ਹੋ ਰਹੀ ਹੈ, ਡਾਕਾ ਹੀ ਹੋ ਰਿਹਾ ਹੈ। ਹੁਣ ਦਸਤਖਤਾਂ ਨਾਲ ਕਢਾਏ ਜਾਂਦੇ ਆ। ਕਿਹੜੇ ਕੰਮ ਜਾਂਦੇ ਹੋ ਤੁਸੀਂ ਪੰਜਾਬ ਵਾਸਤੇ? ਕੰਮ ਹੈਗਾ ਦਿੱਲੀ ਸਰਕਾਰ ਦਾ, ਕੰਮ ਹੈ ਆਮ ਆਦਮੀ ਪਾਰਟੀ ਦਾ, ਲੇਕਿਨ ਤੁਸੀਂ ਰੋਜ਼ ਸੈਰਾਂ ਕਰਕੇ ਪੰਜਾਬ ਦੇ ਪੈਸੇ ਨੂੰ ਹਰ ਮਹੀਨੇ ਦਾ 2 ਤੋਂ 5 ਕਰੋੜ ਰੁਪਈਆ ਸਾਡਾ ਪੰਜਾਬ ਦੇ ਖਜ਼ਾਨੇ ਦਾ ਜਹਾਜ਼ਾਂ ਪਰ ਖਰਚ ਕਰ ਰਹੇ। ਇੱਕ ਪਾਸੇ ਤਾਂ ਅੱਜ ਮੋਗੇ ਦੇ ਵਿੱਚ ਇੱਕ ਵੱਡੀ ਡਰਾਮੇਬਾਜ਼ੀ ਹੋ ਰਹੀ ਹੈ ਕਿ ਜੀ ਇੱਕ ਬੰਦ ਹੋਇਆ ਟੋਲ ਪਲਾਜ਼ਾ ਜਿਹਦੀ ਮਿਆਦ ਖਤਮ ਹੋ ਗਈ ਹੈ, ਉਹਨੂੰ ਮੁੱਖ ਮੰਤਰੀ ਆਪ ਬੰਦ ਕਰਾਉਣ ਜਾ ਰਹੇ ਨੇ। ਉਹਦੀ ਤਾਂ ਮਿਆਦ ਖਤਮ ਹੋ ਗਈ, ਉਹ ਬੰਦ ਹੋ ਰਹੇ। ਔਰ ਦੂਜੇ ਪਾਸੇ 15 ਦਿਨ ਪਹਿਲਾਂ ਪੰਜਾਬ ਦੇ ਵਿੱਚ 2 ਨਵੇਂ ਟੋਲ ਖੁੱਲ ਗਏ, ਇੱਕ ਦੁਰਾਹੇ ਨੀਲੋਂ ਕੋਲੇ, ਦੂਜਾ ਅੰਮ੍ਰਿਤਸਰ ਬਠਿੰਡਾ ਹਾਈਵੇ ਦੇ ਉੱਤੇ। ਉਹਨਾਂ ਬਾਰੇ ਸਰਕਾਰ ਨੇ ਪੰਜਾਬੀਆਂ ਨੂੰ ਨਹੀਂ ਦੱਸਿਆ ਕਿ 2 ਨਵੇਂ ਟੋਲ ਅਸੀਂ ਆਪ ਖੋਲਤੇ ਤੇ ਜਿਹੜਾ ਬੰਦ ਹੋ ਗਿਆ, ਜਿਹਦੀ ਮਿਆਦ ਪੂਰੀ ਹੋ ਰਹੀ ਹੈ, ਉਹਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ।